ਸੰਸਦ ਵਿੱਚ ਔਰਤਾਂ ਲਈ ਸੀਟਾਂ ਦੇ ਰਾਖਵੇਂਕਰਨ ਦੇ ਮੁੱਦੇ 'ਤੇ ਮੁੱਖ ਚੋਣ ਕਮਿਸ਼ਨ ਵੱਲੋਂ ਬੁਲਾਈ ਗਈ ਮੀਟਿੰਗ ਇੱਕ ਵਾਰ ਫਿਰ ਕਿਸੇ ਠੋਸ ਨਤੀਜੇ 'ਤੇ ਪਹੁੰਚੇ ਬਗੈਰ ਖਤਮ ਹੋ ਗਈ ਹੈ। ਡੰਡੀ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਸੀਟਾਂ ਰਾਖਵੀਆਂ ਕਰਨ ਸੰਬੰਧੀ ਬਿੱਲ ਕਾਫੀ ਸਮੇਂ ਤੋਂ ਵਿਚਾਰ ਅਧੀਨ ਚੱਲਿਆ ਆ ਰਿਹਾ ਹੈ। ਡੰਡੀ ਅਸਲ ਵਿੱਚ ਸੱਤਾ ਦੀ ਦੌੜ ਵਿੱਚ ਲੱਗੇ ਸਿਆਸੀ ਆਗੂ ਔਰਤਾਂ ਨੂੰ ਇੰਨਾ ਕੁਝ ਦੇਣ ਲਈ ਤਿਆਰ ਨਹੀਂ ਹਨ। ਡੰਡੀ ਸਾਡੇ ਸਿਆਸੀ ਮਾਹੌਲ ਵਿੱਚ ਔਰਤਾਂ ਨੂੰ ਸੰਜੀਦਗੀ ਨਾਲ ਨਹੀਂ ਲਿਆ ਜਾਂਦਾ। ਉਂਝ ਭਾਵੇਂ ਔਰਤਾਂ ਦੀ ਮਹਾਨਤਾ ਨੂੰ ਜਤਲਾਉਣ ਲਈ ਮਹਾਂਪੁਰਖਾਂ ਦੀਆਂ ਤੁਕਾਂ ਦੁਹਰਾਈਆਂ ਜਾਂਦੀਆਂ ਹਨ। ਡੰਡੀ ਆਮ ਤੌਰ 'ਤੇ ਔਰਤਾਂ ਕਿਸੇ ਮਰਦ ਦੀ ਸ਼ੁਹਰਤ ਦਾ ਲਾਭ ਉਠਾਉਣ ਲਈ ਹੀ ਸਿਆਸਤ ਵਿੱਚ ਆਉਂਦੀਆਂ ਰਹੀਆਂ ਹਨ। ਡੰਡੀ ਕੋਈ ਟਾਵੀਂ ਹੀ ਔਰਤ ਅਜਿਹੀ ਹੋਵੇਗੀ ਜੋ ਨਿਰੋਲ ਆਪਣੀ ਮਰਜ਼ੀ ਅਤੇ ਸਿਆਸੀ ਪ੍ਰਤੀਬੱਧਤਾ ਕਾਰਨ ਮੂਰਲੀਆਂ ਸਫਾਂ ਤੱਕ ਪਹੁੰਚੀ ਹੋਵੇ। ਡੰਡੀ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਵੋਟਾਂ ਦੇ ਦਿਨਾਂ ਵਿੱਚ ਲੋਕੀ ਔਰਤਾਂ ਨੂੰ ਸੁਣਨ ਘੱਟ ਅਤੇ ਵੇਖਣ ਵੱਧ ਜਾਂਦੇ ਹਨ। ਡੰਡੀ ਇਹ ਵੱਖਰੀ ਗੱਲ ਹੈ ਕਿ ਹਰ ਕੋਈ ਔਰਤ ਇੰਦਰਾ ਗਾਂਧੀ, ਮਮਤਾ ਬੈਨਰਜੀ ਜਾਂ ਉਮਾ ਭਾਰਤੀ ਨਹੀਂ ਬਣ ਸਕਦੀ। ਡੰਡੀ ਉਂਝ ਹੋਣਾ ਇਸੇ ਤਰ੍ਹਾਂ ਚਾਹੀਦਾ ਹੈ। ਡੰਡੀ ਇਸ ਮਾਮਲੇ ਸੰਬੰਧੀ ਇਹ ਗੱਲ ਵੀ ਸੋਚਣ ਵਾਲੀ ਹੈ ਕਿ ਕੀ ਸੰਸਦ ਵਿੱਚ ਸੀਟਾਂ ਰਾਖਵੀਆਂ ਹੋ ਜਾਣ ਨਾਲ ਔਰਤਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲ ਜਾਵੇਗਾ। ਡੰਡੀ ਅਸੀਂ ਵੇਖਦੇ ਹਾਂ ਪੰਚਾਇਤਾਂ ਵਿੱਚ ਔਰਤਾਂ ਲਈ ਤੀਜਾ ਹਿੱਸਾ ਸੀਟਾਂ ਰਾਖਵੀਆਂ ਕਰਨ ਨਾਲ ਉਹਨਾਂ ਨੂੰ ਕੋਈ ਖਾਸ ਲਾਭ ਨਹੀਂ ਹੋਇਆ। ਡੰਡੀ ਚੁਣੀਆਂ ਹੋਈਆਂ ਔਰਤਾਂ ਦੀ ਥਾਂ ਉਹਨਾਂ ਦੇ ਪਤੀ ਜਾਂ ਪੁੱਤਰ ਹੀ ਸਰਪੰਚੀ ਕਰਦੇ ਹਨ। ਡੰਡੀ ਅਸੀਂ ਇਹ ਵੀ ਵੇਖਦੇ ਹਾਂ ਕਿ ਸਿਆਸਤ ਵਿੱਚ ਹਿੱਸਾ ਲੈਣ ਵਾਲੀਆਂ ਔਰਤਾਂ ਨੂੰ ਔਰਤ ਹੋਣ ਕਰਕੇ ਕਈ ਕਿਸਮ ਦੀਆਂ ਮੁਸ਼ਕਲਾਂ ਵਿੱਚ ਵੀ ਸਾਹਮਣਾ ਕਰਨਾ ਪੈਂਦਾ ਹੈ। ਡੰਡੀ ਜਿਹੜੀਆਂ ਔਰਤਾਂ ਸਿਆਸੀ ਘਰਾਣਿਆਂ ਵਿੱਚੋਂ ਨਹੀਂ ਹੁੰਦੀਆਂ ਉਹਨਾਂ ਦੇ ਚਾਲ ਚਲਨ ਉੱਪਰ ਚਿੱਕੜ ਉਛਾਲਿਆ ਜਾਂਦਾ ਹੈ। ਡੰਡੀ ਕਈ ਔਰਤਾਂ ਇਸੇ ਡਰੋਂ ਸਿਆਸਤ ਵਿੱਚ ਨਹੀਂ ਆਉਂਦੀਆਂ ਅਤੇ ਕਈ ਇਸ ਤੋਂ ਬਚਣ ਲਈ ਸਿਆਸਤ ਛੱਡ ਜਾਂਦੀਆਂ ਹਨ। ਡੰਡੀ ਬਹੁਤ ਹੀ ਘੱਟ ਔਰਤਾਂ ਕੋਲ ਆਪਣੇ ਮਾਲੀ ਸਾਧਨ ਹੁੰਦੇ ਹਨ। ਡੰਡੀ ਆਮ ਤੌਰ 'ਤੇ ਔਰਤ ਉਮੀਦਵਾਰਾਂ ਨੂੰ ਵਿੱਤੀ ਮਾਮਲਿਆਂ ਲਈ ਸਹੁਰਿਆਂ ਜਾਂ ਪੇਕਿਆਂ 'ਤੇ ਨਿਰਭਰ ਹੋਣਾ ਪੈਂਦਾ ਹੈ। ਡੰਡੀ ਅਜੇ ਤੱਕ ਤਾਂ ਪਤਨੀ ਉਸੇ ਨੂੰ ਵੋਟ ਪਾਉਂਦੀ ਹੈ ਜਿਸ ਨੂੰ ਉਸ ਦਾ ਪਤੀ ਪਾਉਂਦਾ ਹੈ। ਡੰਡੀ ਰਾਖਵੇਂਕਰਨ ਦੇ ਲਾਭ ਲਈ ਔਰਤਾਂ ਨੂੰ ਆਪਣੀ ਆਜ਼ਾਦ ਹਸਤੀ ਕਾਇਮ ਕਰਕੇ ਵਿਚਰ ਸਕਣ ਦੇ ਸਮਰੱਥ ਹੋਣਾ ਪਵੇਗਾ। ਡੰਡੀ ਪੈਰਾ ਅੰਤਰਰਾਜੀ ਕੌਂਸਲ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਵੱਲੋਂ ਭਾਰਤੀ ਅਰਥ ਵਿਵਸਥਾ ਨੂੰ ਸੁਧਾਰਨ ਲਈ ਜਿਹੜੇ ਸੁਝਾਅ ਦਿੱਤੇ ਗਏ ਹਨ ਉਹ ਡੂੰਘੇ ਧਿਆਨ ਦੀ ਮੰਗ ਕਰਦੇ ਹਨ। ਡੰਡੀ ਇਸ ਦਲੀਲ ਵਿੱਚ ਪੂਰਾ ਵਜ਼ਨ ਹੈ ਕਿ ਇਸ ਵੇਲੇ ਕੇਂਦਰ ਅਤੇ ਸੂਬਾਈ ਸਰਕਾਰਾਂ ਗੰਭੀਰ ਆਰਥਿਕ ਸੰਕਟ ਵਿੱਚੋਂ ਲੰਘ ਰਹੀਆਂ ਹਨ ਅਤੇ ਇਹਨਾਂ ਨੂੰ ਸੰਕਟ ਵਿੱਚੋਂ ਕੱਢਣ ਦਾ ਇੱਕੋ ਇੱਕ ਰਾਹ ਇਹ ਹੈ ਕਿ ਬਿਜਲੀ, ਟਰਾਂਸਪੋਰਟ, ਖੇਤੀਬਾੜੀ, ਸਨਅਤ ਅਤੇ ਹੋਰ ਵੱਖ-ਵੱਖ ਖੇਤਰਾਂ ਨੂੰ ਦਿੱਤੀ ਜਾ ਰਹੀ ਸਬਸਿਡੀ ਵਿੱਚ ਵੱਡੀ ਪੱਧਰ ਉੱਤੇ ਕਟੌਤੀ ਕੀਤੀ ਜਾਵੇ। ਡੰਡੀ ਇਹ ਠੀਕ ਹੈ ਕਿ ਇਹਨਾਂ ਖੇਤਰਾਂ ਨੂੰ
ਪ੍ਰਫੁੱਲਤ ਕਰਨ ਲਈ ਕੁਝ ਸਮਾਂ ਪਹਿਲਾਂ ਤੱਕ ਸਬਸਿਡੀ ਦੇਣ ਦੀ ਵੱਡੀ ਜ਼ਰੂਰਤ ਸੀ, ਪਰ ਅੱਜ ਜਦੋਂ ਸਰਕਾਰਾਂ ਦੀ ਅਰਥ ਵਿਵਸਥਾ ਡਾਵਾਡੋਲ ਹੋਈ ਪਈ ਹੈ ਤਾਂ ਇਹ ਲਾਜ਼ਮੀ ਹੋ ਗਿਆ ਹੈ ਕਿ ਸਬਸਿਡੀ ਘਟਾਈ ਜਾਵੇ। ਡੰਡੀ। ਹੁਣ ਸਮਾਂ ਆ ਗਿਆ ਹੈ ਕਿ ਜਦੋਂ ਕੇਂਦਰ ਨੂੰ ਸਬਸਿਡੀ ਵੱਲੋਂ ਹੱਥ ਖਿੱਚਣਾ ਪਵੇਗਾ ਅਤੇ ਸੂਬਿਆਂ ਨੂੰ ਵਧੇਰੇ ਕਰਕੇ ਆਪਣੇ ਅੰਦਰੂਨੀ ਮਾਲੀ ਸੋਮਿਆਂ ਉੱਤੇ ਨਿਰਭਰ ਹੋਣਾ ਪਵੇਗਾ। ਡੰਡੀ। ਪਰ ਸਵਾਲ ਇਹ ਹੈ ਕਿ ਯਕਮੁਸ਼ਤ ਹੱਥ ਪਿਛਾਂ ਖਿੱਚ ਲੈਣ ਨਾਲ ਲੋਕਾਂ ਵਿੱਚ ਰੋਸ ਫੈਲਣਾ ਕੁਦਰਤੀ ਹੈ, ਜਿਸ ਨਾਲ ਸਰਕਾਰ ਦੇ ਵਕਾਰ ਨੂੰ ਧੱਬਾ ਲੱਗਦਾ ਹੈ। ਡੰਡੀ। ਇਸ ਤੋਂ ਬਚਣਾ ਵੀ ਅਤਿਅੰਤ ਜ਼ਰੂਰੀ ਹੈ। ਡੰਡੀ। ਉਪਰੋਕਤ ਤੋਂ ਇਲਾਵਾ ਜਿਹੜੇ ਕੁਝ ਹੋਰ ਕਦਮ ਚੁੱਕੇ ਜਾਣ ਉੱਤੇ ਜ਼ੋਰ ਦਿੱਤਾ ਗਿਆ ਹੈ, ਉਹਨਾਂ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਲੋੜ ਮੁਤਾਬਕ ਰੱਖੇ ਜਾਣਾ ਸ਼ਾਮਲ ਹੈ। ਡੰਡੀ। ਜਿਹੜੇ ਜਨਤਕ ਅਦਾਰੇ ਠੀਕ ਕੰਮ ਨਹੀਂ ਕਰ ਰਹੇ, ਉਹਨਾਂ ਦਾ ਮੁੜ ਜਾਇਜ਼ਾ ਲੈ ਕੇ ਸੁਧਾਰ ਕੀਤਾ ਜਾਵੇ। ਡੰਡੀ। ਜਿੱਥੋਂ ਤੱਕ ਸੰਭਵ ਹੋ ਸਕੇ ਸਾਰੇ ਸੂਬੇ ਆਪਣੀ ਫਜ਼ੂਲ ਖਰਚੀ ਘਟਾਉਣ ਅਤੇ ਆਪਣੀਆਂ ਸਰਕਾਰਾਂ ਦਾ ਸਾਈਜ਼ ਵੀ ਸੀਮਤ ਰੱਖਣ। ਡੰਡੀ। ਬਿਜਲੀ ਬੋਰਡਾਂ ਦੀ ਕਾਰਗੁਜ਼ਾਰੀ ਸੁਧਾਰੀ ਜਾਵੇ ਅਤੇ ਬਿਜਲੀ ਦੀਆਂ ਦਰਾਂ ਉਪਭੋਗਤਾਵਾਂ ਦੀ ਸਮਰੱਥਾ ਮੁਤਾਬਕ ਹੀ ਨਿਸ਼ਚਿਤ ਕੀਤੀਆਂ ਜਾਣ। ਡੰਡੀ। ਪੰਚਾਇਤੀ ਰਾਜ ਸੰਸਥਾਵਾਂ ਨੂੰ ਵਧੇਰੇ ਅਧਿਕਾਰ ਦਿੱਤੇ ਜਾਣ ਤਾਂ ਜੋ ਅਧਿਕਾਰਾਂ ਦਾ ਵਿਕੇਂਦਰੀਕਰਨ ਹੇਠਲੇ ਪੱਧਰ ਤੱਕ ਹੋ ਸਕੇ। ਡੰਡੀ। ਜ਼ਰੂਰੀ ਵਸਤਾਂ ਦੀ ਸਪਲਾਈ ਉੱਤੇ ਲੱਗੀਆਂ ਰੋਕਾਂ ਹਟਾਈਆਂ ਜਾਣ ਅਤੇ ਅਨਾਜ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਆਸਾਨੀ ਨਾਲ ਪਹੁੰਚਾਇਆ ਜਾਵੇ ਤਾਂ ਜੋ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਹੋ ਸਕੇ। ਡੰਡੀ। ਇੱਕ ਹੋਰ ਜਿਸ ਅਧੀਨ ਮਸਲੇ ਬਾਰੇ ਸਹਿਮਤੀ ਹੋਈ ਹੈ ਉਹ ਇਹ ਹੈ ਕਿ ਵਿਧਾਨ ਸਭਾ ਵੱਲੋਂ ਜੇ ਕੋਈ ਬਿੱਲ ਪਾਸ ਕਰਕੇ ਕੇਂਦਰ ਨੂੰ ਭੇਜਿਆ ਜਾਂਦਾ ਹੈ ਤਾਂ ਉਸ ਨੂੰ ਨਿਸ਼ਚਿਤ ਸਮਾਂ ਸੀਮਾ ਵਿੱਚ ਪਾਸ ਕਰਨ ਲਈ ਸੰਵਿਧਾਨ ਵਿੱਚ ਲੋੜੀਂਦੀ ਸੋਧ ਕੀਤੀ ਜਾਵੇ। ਡੰਡੀ। ਇਸ ਬੈਠਕ ਵਿੱਚ ਵਿਚਾਰੇ ਗਏ ਮੁੱਦੇ ਬੜੇ ਹੀ ਮਹੱਤਵਪੂਰਨ ਹਨ। ਡੰਡੀ। ਸਟਾਪ।